ਪਿਆਰੇ ਬੱਚਿਓ, ਅੱਜ ਆਪਾਂ 10ਵੀਂ ਕਲਾਸ ਦੀ ਪੋਇਮ ਆ ਬੈਲਡ ਆਫ ਸਰ ਪ੍ਰਤਾਪ ਸਿੰਘ ਜਿਹੜੀ ਸਰ ਹੈਨਰੀ ਨਿਊ ਬੋਲਟ ਨੇ ਲਿਖੀ ਹੈ ਉਹ ਪੜ੍ਹਨ ਜਾ ਰਹੇ ਹਾਂ। ਆ ਪਿਕਚਰ ਤੁਹਾਡੇ ਸਾਹਮਣੇ ਆਈ ਹੈ, ਇਹ ਸਰ ਹੈਨਰੀ ਨਿਊ ਬੋਲਟ ਦੀ ਹੈ ਅਤੇ ਉਹ ਬੁੱਕ ਹੈ ਜਿਹਦੇ ਵਿੱਚ ਇਹ ਬੈਲਡ ਜਿਹੜੀ ਹੈ ਲਿਖਿਆ ਗਿਆ ਹੈ। ਤਾਂ ਪੋਇਮ ਸਾਡੀ ਸ਼ੁਰੂ ਹੁੰਦੀ ਹੈ। ਇਨ ਦਾ ਫਸਟ ਈਅਰ ਆਫ ਹਿਮ ਦਾ ਫਸਟ was emperor and king, a rider came to the Red Rose House, the house of ਪ੍ਰਤਾਪ ਸਿੰਘ। ਉਸ ਨੂੰ ਸਮਰਾਟ ਅਤੇ ਰਾਜਾ ਬਣੇ ਅਜੇ ਪਹਿਲਾ ਸਾਲ ਚੱਲ ਰਿਹਾ ਸੀ ਜਦੋਂ ਇੱਕ ਘੁੜਸਵਾਰ ਪ੍ਰਤਾਪ ਸਿੰਘ ਦੇ ਲਾਲ ਗੁਲਾਬੀ ਮਹਿਲ ਵਿੱਚ ਆਉਂਦਾ ਹੈ। ਇਹ ਲਾਲ ਮਹਿਲ ਦੀ ਤਸਵੀਰ ਹੈ। ਰਾਜਸਥਾਨ ਦੇ ਵਿੱਚ ਬਹੁਤ ਸਾਰੇ ਮਹਿਲ ਹਨ, ਉਹਨਾਂ ਦੇ ਵਿੱਚੋਂ ਇੱਕ ਹੈ। Young he was and an Englishman and a soldier hilt and heel, and he struck fire in Pratap's heart as the steel strikes on steel. ਘੁੜਸਵਾਰ ਜਵਾਨ ਸੀ ਅਤੇ ਉਹ ਇੱਕ ਅੰਗਰੇਜ਼ ਸੀ। ਉਹ ਸਿਰ ਤੋਂ ਲੈ ਕੇ ਪੈਰਾਂ ਤੱਕ ਇੱਕ ਪੂਰਨ ਸਿਪਾਹੀ ਸੀ। ਉਸ ਨੂੰ ਵੇਖ ਕੇ ਪ੍ਰਤਾਪ ਦੇ ਦਿਲ ਵਿੱਚੋਂ ਇਉਂ ਜਵਾਲਾ ਉੱਠੀ ਜਿਵੇਂ ਫੌਲਾਦ ਨਾਲ ਫੌਲਾਦ ਦੇ ਟਕਰਾਉਣ ਨਾਲ ਚਿੰਗਾਰੀ ਨਿਕਲਦੀ ਹੈ। ਜਿਵੇਂ ਲੋਹੇ ਦੇ ਨਾਲ ਲੋਹਾ ਆਪਾਂ ਟਕਰਾਉਂਦੇ ਹਾਂ ਨਾ, ਤਾਂ ਉਹਦੇ ਵਿੱਚੋਂ ਅੱਗ ਨਿਕਲਦੀ ਹੈ। ਇਸ ਤਰ੍ਹਾਂ ਉਹਦੇ ਅੰਦਰੋਂ ਇਸ ਤਰ੍ਹਾਂ ਦੀ ਫੀਲਿੰਗ ਆਈ। ਕਿਉਂਕਿ ਇਹ ਜਿਹੜੀ ਪੋਇਮ ਹੈਗੀ ਆ ਇਹ ਰਾਜਸਥਾਨ ਦੇ ਜੋਧਪੁਰ ਸ਼ਹਿਰ ਦੇ ਨਾਲ ਬਿਲੋਂਗ ਕਰਦੀ ਹੈ। ਤਾਂ ਇਸ ਪਿਕਚਰ ਦੇ ਵਿੱਚ ਆਪਾਂ ਉਸ ਸ਼ਹਿਰ ਦੇਖ ਸਕਦੇ ਹਾਂ। beneath the morning stars they rode, beneath the evening sun, and their blood sang to them as they rode that all good wars are won. ਉਹ ਸਵੇਰ ਵੇਲੇ ਤਾਰਿਆਂ ਦੀ ਛਾਂ ਹੇਠ ਇਕੱਠੇ ਘੁੜਸਵਾਰੀ ਕਰਦੇ। ਸ਼ਾਮ ਨੂੰ ਸੂਰਜ ਡੁੱਬਣ ਦੇ ਵੇਲੇ ਉਹ ਇਕੱਠੇ ਘੁੜਸਵਾਰੀ ਕਰਦੇ ਅਤੇ ਜਦੋਂ ਉਹ ਘੁੜਸਵਾਰੀ ਕਰ ਰਹੇ ਹੁੰਦੇ ਤਾਂ ਆਪਣੇ ਖੂਨ ਵਿੱਚੋਂ ਉਹਨਾਂ ਨੂੰ ਇਹੋ ਜਿਹਾ ਸੰਗੀਤ ਸੁਣਾਈ ਦਿੰਦਾ ਕਿ ਉਹ ਭਲੇ ਕੰਮਾਂ ਲਈ ਲੜੀਆਂ ਜਾਣ ਵਾਲੀਆਂ ਲੜਾਈਆਂ ਇੱਕੋ ਹੁੰਦੀਆਂ ਹਨ। ਇਹ ਉਹਨਾਂ ਦੇ ਵਿਚਾਰ ਸੀ। ਇਹ ਤਸਵੀਰ ਹੈ ਵੀ ਕਿਸ ਤਰ੍ਹਾਂ ਉਹ ਜਿਹੜਾ ਘੁੜਸਵਾਰੀ ਕਰਦੇ ਸੀ ਸਵੇਰੇ ਸ਼ਾਮ। They told their tales of love of woman, their tales of east and west, but their blood sang that of all their lives they loved a soldier best. ਉਹ ਇੱਕ ਦੂਜੇ ਨੂੰ ਆਪਣੇ ਆਪਣੇ ਪਿਆਰ ਦੀਆਂ ਕਹਾਣੀਆਂ ਸੁਣਾਉਂਦੇ। ਉਹ ਪੂਰਬੀ ਦੇਸ਼ਾਂ ਅਤੇ ਪੱਛਮੀ ਦੇਸ਼ਾਂ ਬਾਰੇ ਕਹਾਣੀਆਂ ਸੁਣਾਉਂਦੇ, ਪਰੰਤੂ ਉਹਨਾਂ ਦੇ ਖੂਨ ਤੋਂ ਇੱਕੋ ਸੰਗੀਤਮਈ ਆਵਾਜ਼ ਆਉਂਦੀ ਸੀ ਕਿ ਉਹ ਸਭ ਤੋਂ ਵੱਧ ਇੱਕ ਸੈਨਿਕ ਨਾਲ ਪਿਆਰ ਕਰਦੇ ਹਨ। ਯਾਨੀ ਉਹਨਾਂ ਨੂੰ ਸੈਨਿਕ ਦਾ ਜੀਵਨ ਬਹੁਤ ਜ਼ਿਆਦਾ ਪਸੰਦ ਸੀ। So ran their joy the allotted days, till at the last days and the shadow stilled the red rose house and the heart of Pratap's friend. ਇਸ ਤਰ੍ਹਾਂ ਉਹਨਾਂ ਦਾ ਖੁਸ਼ੀਆਂ ਭਰਾ ਜੀਵਨ ਮਿੱਥੇ ਦਿਨਾਂ ਤੱਕ ਚੱਲਦਾ ਰਿਹਾ। ਅੰਤ ਵਿੱਚ ਮੌਤ ਦੇ ਪਰਛਾਵੇਂ ਨੇ ਗੁਲਾਬ ਵਾਂਗ ਲਾਲ ਪੱਥਰ ਤੋਂ ਬਣੇ ਮਹਿਲ ਨੂੰ ਸੁਆ ਦਿੱਤਾ ਅਤੇ ਪੱਥਰ ਅਤੇ ਪ੍ਰਤਾਪ ਦੇ ਮਿੱਤਰ ਦੇ ਦਿਲ ਨੂੰ ਵੀ, ਅਰਥਾਤ ਪ੍ਰਤਾਪ ਦੇ ਇਸ ਅੰਗਰੇਜ਼ ਮਿੱਤਰ ਦੀ ਮੌਤ ਹੋ ਗਈ। When morning came in narrow chest, the soldier's face they, and over his fast dreaming eyes shut down the narrow lid. ਜਦੋਂ ਸਵੇਰ ਹੋਈ ਤਾਂ ਉਹਨਾਂ ਨੇ ਇੱਕ ਤੰਗ ਬਕਸੇ ਤਾਬੂਤ ਵਿੱਚ ਸੈਨਿਕ ਦੇ ਚਿਹਰੇ ਨੂੰ ਵਿਖਾ ਦਿੱਤਾ ਅਤੇ ਉਸ ਦੀਆਂ ਡੂੰਘੇ ਸੁਪਨਿਆਂ ਭਰੀਆਂ ਅੱਖਾਂ ਉੱਪਰ ਤਾਬੂਤ ਦੇ ਤੰਗ ਢੱਕਣ ਨੂੰ ਬੰਦ ਕਰ ਦਿੱਤਾ। ਯਾਨੀ ਕਹਿਣ ਦਾ ਮਤਲਬ ਆ ਉਸ ਅੰਗਰੇਜ਼ ਦੀ ਜਿਹੜਾ ਸਰੀਰ ਸੀਗਾ ਉਸ ਨੂੰ ਇੱਕ ਤਾਬੂਤ ਦੇ ਵਿੱਚ ਬੰਦ ਕਰ ਦਿੱਤਾ। Three were of there of his grace and creed, three only and no more. They could not find to bear the dead, a fourth in all ਜੋਧਪੁਰ। ਜੋਧਪੁਰ ਸ਼ਹਿਰ ਦੀ ਗੱਲ ਹੋ ਰਹੀ ਹੈ, ਰਾਜਸਥਾਨ ਦੇ ਵਿੱਚ ਹੈ। ਕਿਉਂਕਿ ਉਹ ਅੰਗਰੇਜ਼ ਸੀਗਾ, ਸਾਰੇ ਰਾਜਸਥਾਨ ਦੇ ਵਿੱਚ ਜਦੋਂ ਲੱਭਿਆ ਗਿਆ ਤਾਂ ਸਿਰਫ 3 ਅੰਗਰੇਜ਼ ਹੀ ਮਿਲੇ, ਜਦਕਿ ਇੱਕ ਅਰਥੀ ਨੂੰ ਚੱਕਣ ਦੇ ਲਈ ਚੌਥੇ ਬੰਦੇ ਦੀ ਵੀ ਲੋੜ ਸੀ। ਇਸ ਪਿਕਚਰ 'ਚ ਆਪਾਂ ਦੇਖ ਰਹੇ ਹਾਂ ਵੀ ਉਹ 3 ਅੰਗਰੇਜ਼ ਆਪਸ 'ਚ ਗੱਲ ਕਰਦੇ ਪਏ। ਥੱਲੇ ਉਸ ਦੂਸਰੇ ਜਿਹੜੇ ਅੰਗਰੇਜ਼ ਮਰਿਆ ਸੀ ਉਹਦੀ ਬੋਡੀ ਪਈ ਆ, ਬਾਕੀ ਲੋਕ ਲਾਗੇ ਖੜ੍ਹੇ ਆ। ਉਹ ਮਹਾਰਾਜ of your good grace send us a sweeper here. Sweeper ਸਫਾਈ ਕਰਨ ਵਾਲਾ। A sweeper has no cause to lose even
ਬਾਈ ਐਨ ਐਲਾਈਨ ਵੀ ਬਾਇਰ ਹੁੰਦਾ ਅਰਥੀ। ਐਲਾਈਨ ਆਪਾਂ ਕਹਿੰਦੇ ਵਿਦੇਸ਼ੀ ਨੂੰ, ਜਿਹੜਾ ਬੰਦਾ ਬਾਹਰੋਂ ਆਉਂਦਾ, ਐਲੀਅਨ। ਤਾਂ ਹੁਣ ਚੌਥਾ ਬੰਦਾ ਨੂੰ ਨਹੀਂ ਲੱਭਦਾ ਅਤੇ ਉਹ ਤਿੰਨੇ ਮਹਾਰਾਜ ਨੂੰ ਕਹਿੰਦੇ, ਰਾਜੇ ਨੂੰ ਵੀ, ਮਹਾਰਾਜ ਸਾਨੂੰ ਇੱਕ ਸਵੀਪਰ ਨੂੰ ਹੀ ਦੇ ਦਿਓ, ਕਿਉਂਕਿ ਉਸ ਵੇਲੇ ਇਹ ਪ੍ਰਥਾ ਸੀ ਵੀ ਜੇਕਰ ਅਸੀਂ ਕਿਸੇ ਵਿਦੇਸ਼ੀ ਦੇ ਅਰਥੀ ਨੂੰ ਕੰਧਾ ਦੇਵਾਂਗੇ ਤਾਂ ਸਾਡੀ ਜਿਹੜੀ ਜਾਤ ਆ ਉਹ ਭ੍ਰਿਸ਼ਟ ਹੋ ਜਾਊਗੀ ਅਤੇ ਸਾਨੂੰ ਧਰਮ ਦੇ ਵਿੱਚੋਂ ਜਿਹੜਾ ਆ ਕੱਢ ਦਿੱਤਾ ਜਾਊਗਾ। ਇਸ ਕਰਕੇ ਉਹ ਕਹਿੰਦੇ ਵੀ ਸਾਨੂੰ ਤੁਸੀਂ ਆਪਣੇ ਕਿਸੇ ਸਵੀਪਰ ਨੂੰ ਦੇ ਦਿਓ ਤਾਂ ਕਿ ਉਹ ਚੌਥਾ ਬੰਦਾ ਬਣ ਕੇ ਅਰਥੀ ਨੂੰ ਕੰਧਾ ਦੇ ਸਕੇ, ਕਿਉਂਕਿ ਉਹਨਾਂ ਅਨੁਸਾਰ ਵੀ ਜਿਹੜਾ ਸਵੀਪਰ ਆ ਉਹਦੀ ਕੋਈ ਕਾਸਟ ਨਹੀਂ ਹੁੰਦੀ, ਯਾਨੀ ਉਹ ਨੀਵੀਂ ਜਾਤ ਦਾ ਹੁੰਦਾ ਹੈ। ਵਟ ਨੀਡ ਸੈਡ ਪ੍ਰਤਾਪ ਸਿੰਘ ਐਂਡ ਬੋਰਡ ਹਿਜ਼ ਪ੍ਰਿੰਸਲੀ ਹੈਡ, ਆਈ ਹੈਵ ਨੋ ਕਾਸਟ ਫਾਰ ਆਈ ਮਾਈ ਸੈਲਫ ਐਮ ਬੀਅਰਿੰਗ ਫੋਰਥ ਦਾ ਡੈਟ। ਇਸ ਦੀ ਕੀ ਲੋੜ ਹੈ, ਪ੍ਰਤਾਪ ਸਿੰਘ ਨੇ ਕਿਹਾ। ਇਹ ਕਹਿੰਦਿਆਂ ਉਸ ਨੇ ਆਪਣੇ ਸ਼ਾਹੀ ਸਿਰ ਨੂੰ ਝੁਕਾਇਆ ਅਤੇ ਫਿਰ ਕਿਹਾ, ਮੇਰੀ ਕੋਈ ਜਾਤ ਨਹੀਂ ਹੈ, ਕਿਉਂਕਿ ਮੈਂ ਖੁਦ ਮਿੱਤਰਕ ਨੂੰ ਮੋਢਾ ਦੇਣ ਜਾ ਰਿਹਾ ਹਾਂ। ਕਹਿਣ ਤੋਂ ਭਾਵ ਹੈ ਵੀ ਰਾਜਾ ਖੁਦ ਤਿਆਰ ਹੋ ਜਾਂਦਾ ਹੈ ਵੀ ਮੈਂ ਆਪਣੇ ਦੋਸਤ ਦੀ ਅਰਥੀ ਨੂੰ ਮੋਢਾ ਦੇਣਾ ਹੈ। ਉਹ ਮਹਾਰਾਜ, ਉਹ ਪੈਸ਼ਨੇਟ ਹਾਰਟ, ਬੀ ਵਾਈਜ਼, ਬੀ ਥਿੰਕ ਯੂ ਯੈਟ that which you lose today is lost till the last sun shall set। ਉਹ ਮਹਾਰਾਜ, ਉਹ ਦਇਆ ਦੇ ਸਾਗਰ, ਬੁੱਧੀ ਤੋਂ ਕੰਮ ਲਵੋ, ਅਜੇ ਵੀ ਤੁਸੀਂ ਵਿਚਾਰ ਕਰ ਲਵੋ, ਜੋ ਤੁਸੀਂ ਅੱਜ ਗਵਾ ਦਿਓਗੇ ਉਹ ਆਖਰੀ ਸੂਰਜ ਦੇ ਡੁੱਬਣ ਤੱਕ, ਅਰਥਾਤ ਦੁਨੀਆ ਦੇ ਰਹਿੰਦੇ ਤੱਕ ਗਵਾ ਬੈਠੋਗੇ, ਕਿਉਂਕਿ ਸਮਾਜ ਵਿੱਚ ਇਸ ਚੀਜ਼ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੀ। God only knows, said ਪ੍ਰਤਾਪ ਸਿੰਘ, that which I lose today, and without me no hand of man shall bear my friends away। ਪ੍ਰਤਾਪ ਸਿੰਘ ਨੇ ਕਿਹਾ, ਇਹ ਤਾਂ ਕੇਵਲ ਰੱਬ ਹੀ ਜਾਣਦਾ ਹੈ ਕਿ ਮੈਂ ਅੱਜ ਕੀ ਗਵਾ ਬੈਠਾ ਹਾਂ। ਮੇਰੇ ਤੋਂ ਇਲਾਵਾ ਕਿਸੇ ਵੀ ਵਿਅਕਤੀ ਦਾ ਹੱਥ ਮੇਰੇ ਮਿੱਤਰ ਦੀ ਅਰਥੀ ਨੂੰ ਚੁੱਕ ਕੇ ਨਹੀਂ ਲਿਜਾਵੇਗਾ, ਕਿਉਂਕਿ ਉਹ ਆਪਣੇ ਦੋਸਤ ਨੂੰ ਬਹੁਤ ਪਿਆਰ ਕਰਦਾ ਸੀ। ਉਹ ਬਹੁਤ ਇਸ ਚੀਜ਼ ਨੂੰ ਮੰਨਦਾ ਸੀਗਾ ਵੀ ਇਹ ਮੇਰਾ ਹੱਕ ਆ ਸਭ ਤੋਂ ਪਹਿਲਾਂ। ਸਟੇਟਲੀ ਐਂਡ ਸਲੋ ਐਂਡ ਸ਼ੋਲਜਰਸ ਹਾਈ in the sight of all Jodhpur, the dead went down by the rose-red steps upheld by bearer four। ਪੂਰੇ ਜੋਧਪੁਰ ਦੀਆਂ ਨਜ਼ਰਾਂ ਦੇ ਸਾਹਮਣੇ ਸ਼ਾਹੀ ਢੰਗ ਨਾਲ ਹੌਲੀ ਹੌਲੀ ਮੋਢਿਆਂ ਉੱਪਰ ਚੁੱਕੀ ਹੋਈ ਮਿੱਤਰਕ ਦੇਹ ਨੂੰ ਗੁਲਾਬ ਵਾਂਗ ਲਾਲ ਪੌੜੀਆਂ ਹੇਠ ਲਿਜਾਇਆ ਗਿਆ, ਜਿਸ ਨੂੰ 4 ਜਣਿਆਂ ਨੇ ਚੁੱਕਿਆ ਹੋਇਆ ਸੀ। When dawn lit the lamp of grief without the burning east, there came a word to ਪ੍ਰਤਾਪ ਸਿੰਘ, the soft word of a priest। ਜਦੋਂ ਅਗਲੀ ਸਵੇਰ ਚੜ੍ਹਨ ਤੇ ਪੂਰਬ ਦਿਸ਼ਾ ਵਿੱਚ ਸੂਰਜ ਰੂਪੀ ਦੁੱਖ ਦਾ ਦੀਪਕ ਦੁਬਾਰਾ ਚਮਕਣ ਲੱਗਾ ਤਾਂ ਪ੍ਰਤਾਪ ਸਿੰਘ ਨੂੰ ਇੱਕ ਪੁਜਾਰੀ ਵੱਲੋਂ ਨਿਮਰਤਾਪੂਰਨ ਸੁਨੇਹਾ ਪ੍ਰਾਪਤ ਹੋਇਆ। ਇਹ ਅਗਲੇ ਦਿਨ ਦੀ ਗੱਲ ਹੈ, ਜਦੋਂ ਅਗਲੇ ਦਿਨ ਅਰਥੀ ਦੇਣ ਤੋਂ ਬਾਅਦ ਅਗਲੇ ਦਿਨ ਸੂਰਜ ਚੜ੍ਹਦਾ ਹੈ। He woke, and even as he woke, he went forth all in white and saw the Brahmins bowing there in the hard morning light। ਉਹ ਜਾਗ ਉੱਠਿਆ ਤੇ ਜਾਗਦਿਆਂ ਹੀ ਪੂਰੇ ਸਫੇਦ ਵਸਤਰ ਪਹਿਨੇ ਹੋਏ ਬਾਹਰ ਆਇਆ। ਉੱਥੇ ਉਸਨੇ ਸਵੇਰ ਦੀ ਦੁੱਖਦਾਇਕ ਰੋਸ਼ਨੀ ਵਿੱਚ ਬ੍ਰਾਹਮਣਾਂ ਨੂੰ ਸਿਰ ਨਵਾਈ ਹੋਈ ਖੜੇ ਦੇਖਿਆ। ਆ ਦੇਖੋ ਪਿਕਚਰ ਦੇ ਵਿੱਚ ਦਿਖਾਇਆ ਜਿਹੜਾ ਵੀ ਰਾਜਾ ਹੈਗਾ, ਲਾਗੇ ਬ੍ਰਾਹਮਣ ਖੜੇ ਆ। Oh, here in Jodhpur yesterday a fearful thing befell, a fearful thing, said ਪ੍ਰਤਾਪ ਸਿੰਘ, God and my heart know well। ਹਾਂ, ਇੱਥੇ ਕੱਲ੍ਹ ਜੋਧਪੁਰ ਵਿਖੇ ਇੱਕ ਭਿਆਨਕ ਗੱਲ ਵਾਪਰ ਗਈ ਹੈ, ਇੱਕ ਭਿਆਨਕ ਗੱਲ ਹੋ ਗਈ ਹੈ। ਪ੍ਰਤਾਪ ਸਿੰਘ ਨੇ ਕਿਹਾ, ਇਹ ਤਾਂ ਪਰਮਾਤਮਾ ਨੂੰ ਅਤੇ ਮੇਰੇ ਦਿਲ ਨੂੰ ਚੰਗੀ ਤਰ੍ਹਾਂ ਪਤਾ ਹੈ। I lost a friend more fearful yet, when down the steps you passed, in sight of all Jodhpur you lost, O Maharaj, your caste ਜਾਤ। ਮੈਂ ਇੱਕ ਮਿੱਤਰ ਨੂੰ ਗਵਾ ਬੈਠਾ ਹਾਂ। ਰਾਜਾ ਇਹ ਕਹਿੰਦਾ ਵੀ ਮੈਂ ਇੱਕ ਮਿੱਤਰ ਨੂੰ ਗਵਾ ਬੈਠਾ ਹਾਂ। ਇਸ ਤੋਂ ਬਾਅਦ ਭਿਆਨਕ ਗੱਲ ਕੀ ਹੋ ਸਕਦੀ ਹੈ? ਜਦੋਂ ਪੂਰੇ ਜੋਧਪੁਰ ਦੀਆਂ ਨਜ਼ਰਾਂ ਦੇ ਸਾਹਮਣੇ ਇਹਨਾਂ ਪੌੜੀਆਂ ਹੇਠ ਤੁਸੀਂ ਤੁਰ ਕੇ ਗਏ ਸੀ, ਉਹ ਮਹਾਰਾਜ ਤੁਸੀਂ ਆਪਣੀ ਜਾਤ ਗਵਾ ਬੈਠੇ ਸੀ। ਜਿਹੜੇ ਉਹ ਪੰਡਤ ਆਏ ਸੀਗੇ ਉਹ ਇਹ ਗੱਲ ਰਾਜੇ ਨੂੰ ਕਹਿੰਦੇ ਆ। Then leaped the light in Pratap's eye, as the flame leaps in smoke. Thou priest, thy soul hath never known the word thy lips have spoke। ਤਦ ਪ੍ਰਤਾਪ ਸਿੰਘ ਦੀਆਂ ਅੱਖਾਂ ਵਿੱਚ ਗੁੱਸੇ ਦੀ ਜਵਾਲਾ ਇਉਂ ਚਮਕ ਉੱਠੀ ਜਿਵੇਂ ਧੂਏ ਵਿੱਚੋਂ ਅੱਗ ਚਮਕ ਉੱਠਦੀ ਹੈ। ਓਏ ਪੁਜਾਰੀ, ਤੇਰੀ ਆਤਮਾ ਉਹਨਾਂ ਸ਼ਬਦਾਂ ਦੇ ਅਰਥ ਕਦੀ ਨਹੀਂ ਸਮਝ ਸਕਦੀ
ਜੋ ਤੇਰੇ ਬੁੱਲਾਂ ਤੋਂ ਨਿਕਲ ਰਹੇ ਹਨ। ਮਾਈ ਕਾਸਟ, know you there is a caste above my caste or thine. Brahman and Rajput are but just to that immortal line. ਤੂੰ ਮੇਰੀ ਜਾਤ ਦੀ ਗੱਲ ਕਰਦਾ ਹੈ, ਕੀ ਤੈਨੂੰ ਪਤਾ ਹੈ ਕਿ ਤੇਰੀ ਜਾਤ ਕਿਹੜੀ ਹੈ? ਕੀ ਤੈਨੂੰ ਪਤਾ ਹੈ ਕਿ ਇੱਕ ਅਜਿਹੀ ਜਾਤ ਵੀ ਹੈ ਜੋ ਮੇਰੀ ਜਾਤ ਤੇ ਤੇਰੀ ਜਾਤ ਨਾਲੋਂ ਉੱਚੀ ਹੈ? ਉਹ ਕਦੇ ਨਾ ਮਿਟਣ ਵਾਲੀ ਜਾਤ ਦੇ ਸਾਹਮਣੇ ਕਿਸੇ ਬਾਹਮਣ ਅਤੇ ਰਾਜਪੂਤ ਦੀ ਜਾਤ ਇੱਕ ਧੂੜ ਸਮਾਨ ਹੈ। Wide as the world, free as the air, pure as the pool of death, the caste of all earth's noble heart is the right soldier's faith. ਇੱਕ ਸੱਚੇ ਸੈਨਿਕ ਦੀ ਜਾਤ ਸੰਸਾਰ ਜਿਹੀ ਵਿਸ਼ਾਲ ਹਵਾ ਵਾਂਗ ਆਜ਼ਾਦ, ਮੌਤ ਦੇ ਸਰੋਵਰ ਵਾਂਗ ਪਵਿੱਤਰ ਹੁੰਦੀ ਹੈ ਅਤੇ ਇਹ ਪੂਰੀ ਧਰਤੀ ਦੇ ਸੱਜਣ ਪੁਰਖਾਂ ਦੀ ਦਾਤ ਹੁੰਦੀ ਹੈ। ਤਾਂ ਬੱਚਿਓ, ਇਹ ਸਾਡੀ ਪੋਇਮ ਸੀਗੀ ਆ ਬੈਲਡ ਆਫ ਸਰ ਪ੍ਰਤਾਪ ਸਿੰਘ। ਇਹ ਸਾਡੇ ਦੇਸ਼ ਦੇ ਵਿੱਚ ਜੋ ਪੁਰਾਣੇ ਸਮੇਂ ਵਿੱਚ ਪਰੰਪਰਾਵਾਂ ਚੱਲਦੀਆਂ ਸੀ ਊਚ ਨੀਚ ਦੀਆਂ, ਜਾਤ ਪਾਤ ਦੀਆਂ, ਤਾਂ ਇਹ ਮੰਨਿਆ ਜਾਂਦਾ ਸੀਗਾ ਵੀ ਇੱਕ ਜਾਤ ਦਾ ਵਿਅਕਤੀ ਉਸੇ ਜਾਤ ਦੇ ਵਿਅਕਤੀਆਂ ਦੀ ਅਰਥੀ ਨੂੰ ਮੋਢਾ ਦੇ ਸਕਦਾ, ਜੇਕਰ ਦੂਸਰੀ ਕਿਸੇ ਹੋਰ ਜਾਤ ਦੀ ਜਾਂ ਕਿਸੇ ਹੋਰ ਵਿਅਕਤੀ ਦੀ ਅਰਥੀ ਨੂੰ ਮੋਢਾ ਦਿੰਦਾ ਹੈ ਤਾਂ ਉਹ ਧਰਮ ਤੋਂ ਅਤੇ ਜਾਤ ਦੇ ਵਿੱਚੋਂ ਬਾਹਰ ਹੋ ਜਾਂਦਾ ਹੈ। ਉਸ ਦੀ ਜਾਤ ਜਾਂ ਧਰਮ ਜਿਹੜਾ ਆ ਉਹਦੇ ਤੋਂ ਖੋਹ ਲਿਆ ਜਾਂਦਾ ਹੈ। ਇਸ ਤਰ੍ਹਾਂ ਦੀਆਂ ਗੱਲਾਂ ਉਸ ਵੇਲੇ ਹੁੰਦੀਆਂ ਸੀ, ਤਾਂ ਉਹਦੇ ਬਾਰੇ ਇਹ ਆਪਣੀ ਪੋਇਮ ਸੀ ਜਾਂ ਬੈਲਡ ਆਫ ਸਰ ਪ੍ਰਤਾਪ ਸਿੰਘ, ਸਰ ਹੈਨਰੀ ਨਿਊਬੋਲਟ ਨੇ ਲਿਖੀ ਹੈ। ਥੈਂਕਸ।